अस्सलाम वालेकुम। सत श्री अकाल। ਸਤਿ ਸ਼੍ਰੀ ਅਕਾਲ ਜੀ। गुड इवनिंग। नमस्ते। ਦੇਖੋ ਮੈਂ ਨਾ ਅੱਜ ਤੁਹਾਨੂੰ ਸਟੀਫਨ ਹਾਕਿੰਗ ਬਾਰੇ ਦੱਸੂਗਾ। ਕੁਝ ਇੱਕ ਸਵਾਲ ਨਾ ਸਾਡੇ ਦਿਮਾਗ ਵਿੱਚ ਊਂ ਚੱਕਰ ਕੱਟੀ ਜਾਂਦੇ ਹੁੰਦੇ ਆ, ਜਿਵੇਂ ਕਿ ਲਾਈਫ ਜਿਹੜੀ ਆ ਉਹ ਸਿਰਫ ਧਰਤੀ 'ਤੇ ਹੀ ਹੈ ਜਾਂ ਕਿਤੇ ਲਾਈਫ ਹੋਰ ਵੀ ਹੈਗੀ ਆ। ਜਿਵੇਂ ਆਪਾਂ ਨੂੰ ਪਤਾ ਕਿ ਅਰਥ ਪਲੈਨਟ ਆ ਅਤੇ ਇਹਦੇ 'ਤੇ ਜਿੰਦਾ ਰਹਿਣ ਦੀਆਂ ਸਾਰੀਆਂ ਕੰਡੀਸ਼ਨਸ, ਜਿੱਦਾਂ ਦਾ ਇਨਵਾਇਰਮੈਂਟ ਚਾਹੀਦਾ ਉਹ ਹੈਗਾ। ਪਰ ਨੰਬਰ ਇੱਕ ਕਿ ਕਿਤੇ ਲਾਈਫ ਇਸ ਸਾਡਾ ਸੋਲਰ ਸਿਸਟਮ ਦੇ ਵਿੱਚ, ਜਿਹਦੇ 'ਚ ਸਨ ਸਟਾਰ ਹੈ ਅਤੇ ਬਾਕੀ ਪਲੈਨਟਸ ਔਰਬਿਟ ਕਰਦੇ ਅਰਾਊਂਡ ਦਾ ਸਨ, ਕਿ ਕਿਤੇ ਲਾਈਫ ਇਸ ਸੋਲਰ ਸਿਸਟਮ 'ਚ ਕਿਤੇ ਹੋਰ ਵੀ ਹੋ ਸਕਦੀ ਹੈ। ਦੂਜਾ ਕੁਐਸਚਨ ਹੈ ਕਿ ਸਾਡੀ ਜਿਹੜੀ ਮਿਲਕੀ ਵੇ ਹੈ ਉਹਦੇ 'ਚ ਇੱਕ ਸਟਾਰ ਨਹੀਂ ਹੈਗਾ। ਜਿਵੇਂ ਇੱਕ ਸਟਾਰ ਤਾਂ ਸਾਡਾ ਆਪਣਾ ਸੂਰਜ ਹੋ ਗਿਆ, ਸਨ ਹੋ ਗਿਆ, ਇੱਦਾਂ ਦੇ ਮਿਲੀਅਨਸ ਆਫ ਸਟਾਰਸ ਹੈਗੇ ਆ ਮਿਲਕੀ ਵੇ ਵਿੱਚ। ਕਿ ਲਾਈਫ ਕਿਤੇ ਕਿਸੇ ਹੋਰ ਸਟਾਰ ਨਾਲ 'ਤੇ ਵੀ ਹੋ ਸਕਦੀ। ਹੋਰ ਸਟਾਰ ਦਾ ਮੇਰਾ ਮਤਲਬ ਹੈਗਾ ਕਿਸੇ ਹੋਰ ਸਟਾਰ ਕੋਲ ਜਿਵੇਂ ਪਲੈਨਟਸ ਹੋਣਗੇ, ਕਿਉਂਕਿ ਹਰ ਇੱਕ ਸਟਾਰ ਦੇ ਆਪਣੇ ਪਲੈਨਟ ਵੀ ਹੋਣੇ ਆ ਫਿਰ। ਅਤੇ ਜੇ ਕਿਸੇ ਹੋਰ ਸਟਾਰ ਦੇ ਪਲੈਨਟ ਹੋਣਗੇ ਤਾਂ ਕਿਤੇ ਨਾ ਕਿਤੇ ਤਾਂ ਲਾਈਫ ਦੀ ਪੋਸੀਬਿਲਿਟੀ ਉੱਥੇ ਵੀ ਹੋ ਸਕਦੀ ਫਿਰ। ਅਤੇ ਸਾਨੂੰ ਕਈ ਵਾਰੀ ਇਹ ਵੀ ਦਿਮਾਗ ਵਿੱਚ ਆਉਂਦਾ ਕਿ ਇਸ ਬ੍ਰਹਿਮੰਡ ਵਿੱਚ ਇੱਕ ਤਾਂ ਆਕਾਸ਼ ਗੰਗਾ ਹੈ ਨਹੀਂ, ਇੱਕ ਗਲੈਕਸੀ ਤਾਂ ਹੈ ਨਹੀਂ, ਮਿਲੀਅਨਸ ਆਫ ਗਲੈਕਸੀਜ਼। ਪਹਿਲਾਂ ਇੱਕ ਗਲੈਕਸੀਜ਼ ਦੇ ਵਿੱਚ ਮਿਲੀਅਨਸ ਆਫ ਸਟਾਰਸ ਹਨ, ਅੱਗੇ ਮਿਲੀਅਨਸ ਆਫ ਗਲੈਕਸੀਜ਼ ਹਨ। ਹੁਣ ਤਾਂ ਇਹ ਵੀ ਕਹਿੰਦੇ ਆ ਕਿ ਯੂਨੀਵਰਸ ਦਾ ਕੋਈ ਐਂਡ ਹੀ ਨਹੀਂ ਹੈ, ਬਈ ਇਹਦਾ ਕੋਈ ਸਿਰਾ ਨਹੀਂ ਹੈ, ਔਰ ਇਹਦੀ ਗਲੈਕਸੀਜ਼ ਨੂੰ ਕਾਊਂਟ ਕਰਨਾ ਹੀ ਮੁਸ਼ਕਿਲ ਆ। ਜੇ ਗਲੈਕਸੀਜ਼ ਨਹੀਂ ਕਾਊਂਟ ਹੁੰਦੀਆਂ, ਸਟਾਰ ਨਹੀਂ ਕਾਊਂਟਸ ਹੁੰਦੇ। ਅਤੇ ਇਹਨਾਂ ਸਾਰੇ ਦੇ ਵਿੱਚ ਜੇ ਸਾਰੇ ਕੁਐਸਚਨਸ ਦੇ ਨਾਲ ਰਿਲੇਟ ਹੁੰਦਾ ਹੈਗਾ ਸਟੀਫਨ ਹਾਕਿੰਗ ਨੂੰ। ਆਪਾਂ ਸਟੀਫਨ ਹਾਕਿੰਗ ਨੂੰ ਯਾਦ ਕਰਦੇ ਹਾਂ ਕਿ ਸਟੀਫਨ ਹਾਕਿੰਗ ਨੇ ਬਹੁਤ ਕੰਮ ਕੀਤਾ ਇਹਨਾਂ ਹੀ ਕੁਐਸਚਨਸ ਦੇ ਆਨਸਰ ਲੱਭਣ ਵਾਸਤੇ। ਜਦੋਂ ਸਟੀਫਨ ਹਾਕਿੰਗ ਦਾ ਨਾਮ ਆਉਂਦਾ ਸਾਡੇ ਦਿਮਾਗ 'ਚ ਪਤਾ ਕੀ ਆਉਂਦਾ, ਬਈ ਕੋਈ ਬੰਦਾ ਹੈਗਾ ਵੀਲ ਚੇਅਰ 'ਤੇ ਬੈਠਾ, ਬੜੀ ਸਾਰੀਆਂ ਮਸ਼ੀਨਾਂ ਇਕੁਪਮੈਂਟ ਉਹਦੇ ਦਿਮਾਗ ਦੇ ਨਾਲ ਲੱਗੇ ਹੋਇਆ, ਅਤੇ ਬੜੀ ਉਹਦੀ ਤਰਸਯੋਗ ਜਿਵੇਂ ਹਾਲਤ 'ਚ ਹੀ ਹੁੰਦੀ। ਇਹੋ ਜਿਹਾ ਸਾਨੂੰ ਨਾ ਇੱਕ ਇਮੇਜ ਜਿਹਾ ਸਾਨੂੰ ਸਾਹਮਣੇ ਉੱਭਰ ਕੇ ਆਉਂਦਾ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਹਮੇਸ਼ਾ ਵਾਸਤੇ ਵੀਲ ਚੇਅਰ 'ਤੇ ਨਹੀਂ ਸੀਗਾ। ਸ਼ੁਰੂ ਵਿੱਚ ਉਹ ਵੀ ਬਹੁਤ ਵਧੀਆ ਉਹਦੀ ਸਿਹਤ ਸੀਗੀ ਸਟਾਰਟ ਵਿੱਚ, ਅਤੇ ਉਹਦੀ ਵੀ ਸ਼ਾਦੀ ਹੋਈ, 2 ਸ਼ਾਦੀਆਂ ਹੋਈਆਂ, ਅਤੇ ਬੱਚੇ ਵੀ ਉਹਦੇ ਹੈਗੇ ਆ, 3 ਬੱਚੇ ਆ ਉਹਦੇ। ਤਾਂ ਦਿਲਪ੍ਰੀਤ ਕੀ ਨਾਮ ਸੀਗਾ? ल्यूसी, रॉबर्ट एंड टिम। ਹਾਂ, 3 ਬੱਚੇ ਵੀ ਸੀਗੇ ਉਹਦੇ। ਅਤੇ ਇਹਦਾ ਮਤਲਬ ਕਿ ਹਮੇਸ਼ਾ ਵਾਸਤੇ ਵੀਲ ਚੇਅਰ 'ਤੇ ਨਹੀਂ ਸੀ। ਅੱਛਾ, ਤੁਹਾਨੂੰ ਇੱਕ ਹੋਰ ਬੜੀ ਜ਼ਿਆਦਾ ਹੈਰਾਨੀ ਜਿੱਥੇ ਹੋਊਗੀ ਉਹ ਇਹ ਕਿ ਸਟੀਫਨ ਹਾਕਿੰਗ ਦਾ ਜਿਹੜਾ ਬਰਥ ਆ, ਪਤਾ ਕਿਹੜੀ ਉਹਦੀ ਬਰਥ ਡੇਟ ਕੀ ਆ? 8 ਜਨਵਰੀ 1942। ਅਤੇ ਹੈਰਾਨੀ ਪਤਾ ਇਸ ਗੱਲ ਦੀ ਹੈਰਾਨੀ ਨਹੀਂ ਕਿ 8 ਜਨਵਰੀ ਨੂੰ ਤਾਂ ਕਿੰਨੇ ਹੀ ਬੰਦਿਆਂ ਦਾ ਬਰਥ ਹੋਇਆ ਹੋਊਗਾ, ਪਰ ਹੈਰਾਨੀ ਤਾਂ ਹੁੰਦੀ ਕਿ ਇਹੀ ਡੇਟ ਨੂੰ ਗੈਲੀਲੀਓ ਗੈਲੀਲੀ ਦੀ ਡੈਥ 300 ਸਾਲ ਪਹਿਲਾਂ ਹੋਈ ਸੀ। ਉਹਦੀ 300th ਡੈਥ ਐਨਵਰਸਰੀ ਸੀ ਜਦੋਂ ਇਹਦਾ ਬਰਥ ਹੋਇਆ। ਅਤੇ ਗੈਲੀਲੀਓ ਦਾ ਨਾਮ ਤਾਂ ਤੁਹਾਨੂੰ ਪਤਾ ਹੀ ਹੈ, ਗੈਲੀਲੀਓ ਬੜਾ ਫੇਮਸ ਸੀਗਾ ਸਾਇੰਟਿਸਟ ਹੈ। ਉਹਨੇ ਫਸਟ ਟਾਈਮ ਟੈਲੀਸਕੋਪ ਬਣਾਇਆ ਗੈਲੀਲੀਓ ਨੇ। ਗੈਲੀਲੀਓ ਹੀ ਸੀ ਜਿਹਨੇ ਤੁਹਾਨੂੰ ਜੁਪੀਟਰ ਦੇ ਮੂਨਸ ਬਾਰੇ ਦੱਸਿਆ ਕਿ ਉਹ ਦੇਖੋ, ਆਪਾਂ ਤਾਂ ਹੁਣ ਵੀ ਜੇ ਉੱਪਰ ਸਕਾਈ ਨੂੰ ਦੇਖੀਏ ਅਸੀਂ ਨਹੀਂ ਡਿਸਟਿੰਗੁਇਸ਼ ਕਰ ਸਕਦੇ ਕਿ ਕਿਹੜਾ ਪਲੈਨਟ। ਅਤੇ ਗੈਲੀਲੀਓ ਨੇ ਦੱਸਿਆ ਸੀ ਕਿ ਜਿਹੜਾ ਤੁਹਾਡਾ ਇਹ ਮੂਨ ਆ, ਆਪਾਂ ਤਾਂ ਇਹਨੂੰ ਚੰਦ ਮਾਮਾ ਹੀ ਸਮਝੀ ਜਾਂਦੇ ਸੀ ਕਿ ਸਾਡਾ ਮਾਮਾ ਹੀ ਹੈ ਇਹ। ਉਹਨੇ ਕਿਹਾ ਨਹੀਂ, ਇਹ ਸੈਟਲਾਈਟ ਆ ਅਰਥ ਦੀ। ਦੂਜਾ, ਇਹਦਾ ਸਰਫੇਸ ਜਿਹੜਾ ਹੈਗਾ ਇਹ ਸਮੂਥ ਨਹੀਂ ਹੈਗਾ, ਇਹਦੇ ਪਹਾੜ ਹੈ, ਗੱਡੇ ਹੈ। ਇਹ ਗੈਲੀਲੀਓ ਦੇਖੋ ਉਸ ਟਾਈਮ ਦੀ ਗੱਲ। ਅਤੇ ਹੈਰਾਨੀ ਕਿਉਂ ਹੁੰਦੀ ਕਿ 8 ਜਨਵਰੀ 1942 ਨੂੰ ਸਟੀਫਨ ਹਾਕਿੰਗ ਦਾ ਬਰਥ ਹੁੰਦਾ, ਅਤੇ ਉਦੋਂ ਹੀ 300 ਡੈਥ ਐਨਵਰਸਰੀ ਹੈ ਗੈਲੀਲੀਓ ਗੈਲੀਲੀ ਦੀ। ਇੱਕ ਹੋਰ ਤੁਹਾਨੂੰ ਹੈਰਾਨੀ ਤਾਂ ਹੋਊਗੀ ਕਿ
ਸਟੀਫਨ ਹੌਕਿੰਗ ਦੀ ਡੈਥ ਹੁੰਦੀ ਹੈਗੀ ਹੈ 14 ਮਾਰਚ 2018 ਨੂੰ, ਤੇ ਉਹੀ ਡੇਟ ਨੂੰ ਆਇਨਸਟਾਈਨ ਦਾ ਬਰਥ 1879 ਵਿੱਚ, ਇਸੇ ਡੇਟ ਨੂੰ ਆਇਨਸਟਾਈਨ ਦਾ ਬਰਥ ਹੋਇਆ ਸੀਗਾ। ਆਇਨਸਟਾਈਨ ਉਹੀ ਜਿਹਨੇ E=mc², ਬੜਾ ਫੇਮਸ ਸਾਇੰਟਿਸਟ ਆ, ਨੋਬਲ ਲੋਰੀਏਟ ਆ, ਨੋਬਲ ਪ੍ਰਾਈਜ਼ ਮਿਲ ਚੁੱਕਾ ਹੈ ਉਹਨੂੰ। ਤੇ ਇਹਦੀ ਡੈਥ ਦਾ ਡੇਟ ਤੇ ਆਇਨਸਟਾਈਨ ਦੀ ਬਰਥ ਦਾ ਡੇਟ ਦਾ ਕੋਇਨਸੀਡੈਂਸ ਹੈ, ਠੀਕ ਹੈ। ਤੇ ਇਹ ਜਦੋਂ ਸ਼ੁਰੂ ਵਿੱਚ ਜਦੋਂ ਸਕੂਲ ਟਾਈਮ 'ਚ ਐਡਾ ਇੰਟੈਲੀਜੈਂਟ ਨਹੀਂ ਸੀ, ਇਹ ਪੜ੍ਹਦਾ ਵੀ ਔਖਾ ਹੁੰਦਾ ਸੀਗਾ, ਇਹਨੂੰ ਰੀਡ ਕਰਨਾ ਵੀ ਔਖਾ ਲੱਗਦਾ ਸੀ, ਪਰ ਇਹਦੇ ਟੀਚਰਾਂ ਨੇ ਕਹਿਤਾ ਸੀਗਾ ਕਿ ਇਹ ਬੜਾ ਜੀਨੀਅਸ ਹੋਊਗਾ ਅੱਗੇ ਜਾ ਕੇ। ਤੇ ਇਹਦੀ ਐਜੂਕੇਸ਼ਨ ਬਾਰੇ ਕਿਸੇ ਨੂੰ ਪਤਾ? ਹਾਂ ਦਿਲਪ੍ਰੀਤ, ਤੈਨੂੰ ਪਤਾ ਇਹਦੀ ਐਜੂਕੇਸ਼ਨ ਕੀ ਸੀ? ਉਹਨੇ ਫਿਜ਼ਿਕਸ BA ਕੀਤੀ ਸੀ 1962 'ਚ ਆਕਸਫੋਰਡ ਯੂਨੀਵਰਸਿਟੀ ਕਾਲਜ ਤੋਂ, ਤੇ ਉਹਨੇ ਕੈਂਬਰਿਜ ਯੂਨੀਵਰਸਿਟੀ 'ਚ PhD ਕੀਤੀ ਸੀ 1966 ਦੇ ਵਿੱਚ। ਐਂਡ ਉਹਦੇ ਕੋਲ 12 ਔਨਰ ਡਿਗਰੀਜ਼ ਸੀਗੀਆਂ। ਹਾਂ, ਔਨਰੇਰੀ ਡਿਗਰੀ ਸੀਗੀਆਂ। ਔਨਰੇਰੀ ਡਿਗਰੀ ਮਤਲਬ ਉਹ ਬਹੁਤ ਵੱਡਾ ਸਾਇੰਸਦਾਨ ਸੀ। ਉਹਦਾ ਕੰਮ ਦੇਖ ਕੇ ਕਈ ਕੰਟਰੀਜ਼ ਨੇ ਉਹਨੂੰ ਔਨਰੇਰੀ ਡਿਗਰੀਆਂ ਵੀ ਦਿੱਤੀਆਂ, ਹੈ ਨਾ, ਰਾਈਟ। ਤੇ ਉਹਨੂੰ 2009 ਵਿੱਚ ਅਮਰੀਕਾ ਦਾ ਸਰਵੋੱਚ ਨਾਗਰਿਕਤਾ ਵੀ ਦਰਜਾ ਦਿੱਤਾ ਗਿਆ ਸੀ, ਰਾਈਟ, 2009 ਵਿੱਚ। ਬਈ ਇਹ ਬਹੁਤ ਵੱਡਾ ਮਹਾਨ ਵਿਗਿਆਨਿਕ ਹੈਗਾ, ਤਾਂ ਉਹਨਾਂ ਨੇ ਇਹਨੂੰ ਅਨਾਊਂਸ ਕੀਤਾ ਸੀਗਾ ਅਮਰੀਕਾ ਨੇ 2009 ਵਿੱਚ, ਹੈ ਨਾ। ਦੇਖੋ, ਇੱਕ ਸ਼ਾਇਦ ਤੁਹਾਨੂੰ ਨਾ ਪਤਾ ਹੋਏ, ਕੈਂਬਰਿਜ ਯੂਨੀਵਰਸਿਟੀ ਵਿੱਚ ਇਹ ਮੈਥਮੈਟਿਕਸ ਦਾ ਪ੍ਰੋਫੈਸਰ ਰਿਹਾ। ਅੱਛਾ, ਇੱਕ ਡਿਫਰੈਂਟ ਗੱਲ ਇੱਕ ਹੋਰ ਵੀ ਆ ਕਿ ਇਹਦੇ ਫਾਦਰ ਜਿਹੜੇ ਸੀਗੇ ਉਹ ਮੈਡੀਕਲ ਲਾਈਨ ਵਿੱਚ ਸੀਗੇ। ਉਹ ਚਾਹੁੰਦੇ ਸੀਗੇ ਕਿ ਇਹ ਵੀ ਮੈਡੀਕਲ ਲਾਈਨ 'ਚ ਜਾਏ, ਪਰ ਇਹਨੂੰ ਫਿਜ਼ਿਕਸ ਅਤੇ ਮੈਥ ਜ਼ਿਆਦਾ ਵਧੀਆ ਲੱਗਿਆ, ਹੈ ਨਾ। ਤਾਂ ਕੈਂਬਰਿਜ ਯੂਨੀਵਰਸਿਟੀ ਵਿੱਚ ਇਹ ਮੈਥਮੈਟਿਕਸ ਦੇ ਪ੍ਰੋਫੈਸਰ ਬਣੇ। ਉਹੀ ਚੇਅਰ 'ਤੇ ਬੈਠੇ ਜਿਸ ਚੇਅਰ 'ਤੇ 1669 to 1702 ਦੇ ਵਿੱਚ ਨਿਊਟਨ ਪੜ੍ਹਾਉਂਦਾ ਹੁੰਦਾ ਸੀ। ਜਿਹੜੀ ਚੇਅਰ ਨਿਊਟਨ ਕੋਲ ਸੀ, ਉਸੇ ਚੇਅਰ ਉਹੀ ਚੇਅਰ ਇਹਨਾਂ ਨੂੰ ਮਿਲੀ। ਦੇਖੋ, ਇਹ ਵੀ ਕਿੰਨਾ ਵੱਡਾ ਕੋਇਨਸੀਡੈਂਸ ਹੈ। ਕਿੰਨੇ ਸਾਇੰਟਿਸਟ ਦੇਖੋ ਇਹਨਾਂ ਨੂੰ ਰਿਲੇਟ ਕਰ ਗਏ, ਗੈਲੀਲੀਓ, ਆਇਨਸਟਾਈਨ, ਨਿਊਟਨ, ਔਰ ਤਿੰਨੋਂ ਹੀ ਆਪਣੇ ਆਪ ਵਿੱਚ ਬੜੇ ਕੱਦ ਦੇ ਮਹਾਨ ਸਾਇੰਸਦਾਨ ਰਹੇ। ਪਰ ਰੱਬ ਦੀ ਕਰਨੀ ਪਤਾ ਕੀ ਹੋਈ ਕਿ ਜਦੋਂ ਇਹ 21 ਸਾਲਾਂ ਦੇ ਸੀਗੇ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਬਿਮਾਰੀ ਹੈ, ਔਰ ਉਹ ਬਿਮਾਰੀ ਲਾਇਲਾਜ ਹੈ। ਮੋਟਰ ਨਿਊਰਾਨ ਦੀ ਬਿਮਾਰੀ ਸੀਗੀ ਉਹ। ਮੋਟਰ ਨਿਊਰਾਨ ਕੀ ਹੁੰਦਾ? ਕਿ ਸਾਡੇ ਦਿਮਾਗ ਜਿਹੜੇ ਨਿਊਰੋਨਸ ਹੁੰਦੇ ਹੈ ਨਾ, ਤਾਂ ਸਾਡੇ ਜਿਹੜੇ ਦਿਮਾਗ ਦੇ ਨਿਊਰੋਨਸ ਹੁੰਦੇ ਹੈ ਨਾ, ਜਾਂ ਦਿਮਾਗ ਦੀ, ਜੇ ਆਪਾਂ ਸੌਖੀ ਭਾਸ਼ਾ 'ਚ ਕਹੀਏ ਕਿ ਦਿਮਾਗ ਦੀ ਵਾਇਰਿੰਗ, ਉਹ ਆਹਿਸਤਾ ਆਹਿਸਤਾ ਕੰਮ ਕਰਨਾ ਬੰਦ ਕਰ ਦਿੰਦੇ। ਜੇ ਉਹਨਾਂ ਦਾ ਕੰਮ ਬੰਦ ਹੋ ਜੇ ਤਾਂ ਸਾਡੀ ਸਾਰੀ ਬਾਡੀ ਨੂੰ ਜਿਹੜੇ ਮੈਸੇਜਿਸ ਆਉਣੇ ਜਾਣੇ ਹੁੰਦੇ ਆ ਉਹ ਰੁਕ ਜਾਂਦੇ ਆ। ਜਦੋਂ ਮੈਸੇਜਿਸ ਆਉਣ ਜਾਣਗੇ ਨਹੀਂ, ਤੁਹਾਡੇ ਜਿਹੜੇ ਮਸਲਸ ਹੈ, ਬਾਡੀ ਦੇ ਪਾਰਟਸ ਹੈ, ਇਹ ਆਹਿਸਤਾ ਆਹਿਸਤਾ ਕੰਮ ਕਰਨਾ ਬੰਦ ਕਰ ਦੇਣਗੇ। ਅਤੇ ਇਹ ਉਹਨੂੰ ਪਤਾ ਲੱਗਿਆ ਜਦੋਂ 21 ਸਾਲਾਂ ਦਾ ਸੀ, 1963 ਦੇ ਵਿੱਚ। ਇਸ ਤੋਂ ਪਹਿਲਾਂ ਕਿ ਇਹਨੂੰ ਪਤਾ ਲੱਗਿਆ, ਇਸ ਤੋਂ ਪਹਿਲਾਂ ਇਹਦੇ ਨਾਲ ਹੀ ਕੋਈ ਲੜਕੀ ਸੀਗੀ ਜਿਸ ਨਾਲ ਇਹਦੇ ਥੋੜ੍ਹੇ ਚੰਗੇ ਸੰਬੰਧ ਬਣੇ, ਅਤੇ ਉਹਦੇ ਨਾਲ ਮੈਰਿਜ ਹੋਈ। ਇਹਦੀ ਜਿਹੜੀ ਵਾਈਫ ਬਣੀ ਜੇਨ ਵਾਇਲਟ, 1965 ਵਿੱਚ ਇਹਦਾ ਵਿਆਹ ਹੋਇਆ। ਮਤਲਬ ਉਸ ਲੜਕੀ ਨੂੰ ਪਤਾ ਸੀ ਕਿ ਇਹ ਬਿਮਾਰੀ ਇਹਨੂੰ ਹੈਗੀ ਆ। ਈਵਨ ਦੈਨ, ਕਿਉਂਕਿ ਜੀਨੀਅਸ ਸੀਗਾ, ਤਾਂ ਉਸ ਲੜਕੀ ਨੇ ਕਿਹਾ ਕਿ ਮੈਂ ਆਮ ਰੈਡੀ ਕਿ ਮੈਂ ਵਿਆਹ ਕਰਾਉਣਾ, ਅਤੇ ਇਹਨਾਂ ਦਾ ਵਿਆਹ ਹੋਇਆ 1965 ਵਿੱਚ ਜੇਨ ਵਾਇਲਟ ਨਾਲ। ਅਤੇ ਇਹਨਾਂ ਦੇ 3 ਬੱਚੇ ਹੋਏ, ਜਿਹੜੇ ਹੁਣੀ ਦੱਸੇ ਸੀ ਦਿਲਪ੍ਰੀਤ ਨੇ। ਅਤੇ 1995 ਵਿੱਚ ਇਹਨਾਂ ਦਾ ਤਲਾਕ ਵੀ ਫਿਰ ਹੋ ਗਿਆ ਸੀਗਾ। ਜਦੋਂ ਇਹ ਪਤਾ ਲੱਗਿਆ ਕਿ ਇਹਨੂੰ ਇਹ ਲਾਇਲਾਜ ਬਿਮਾਰੀ ਹੈ, ਅਤੇ ਆਹਿਸਤਾ ਆਹਿਸਤਾ ਬਾਡੀ ਦੇ ਫੰਕਸ਼ਨਸ ਰੁਕਣੇ ਸ਼ੁਰੂ ਹੋ ਜਾਂਦੇ ਆ। ਅਤੇ ਡਾਕਟਰ ਨੇ ਕਹਿਤਾ ਸੀਗਾ ਕਿ ਬਈ ਇਹ 3 ਸਾਲ ਤੋਂ ਬਾਅਦ ਜ਼ਿਆਦਾ ਜ਼ਿੰਦਾ ਨਹੀਂ ਰਹਿਣਗੇ। ਹੁਣ ਦੇਖੋ, ਜੇ ਕਿਸੇ ਬੰਦੇ ਨੂੰ ਪਤਾ ਲੱਗ ਜੇ ਕਿ ਉਹਦੀ ਲਾਈਫ ਸ਼ਾਰਟ ਹੈ, ਅਤੇ ਜਿਹੜੀ ਕੋਈ ਚੀਜ਼ ਜ਼ਿੰਦਾ ਰੱਖੂਗੀ ਉਹਨੂੰ,
ਉਹਦੀ ਵਿਲ ਪਾਵਰ ਹੈ। ਤਾਂ ਸਟੀਫਨ ਹਾਕਿੰਗ ਦੀ ਵਿਲ ਪਾਵਰ ਇੰਨੀ ਸਟਰੋਂਗ ਸੀ ਕਿ ਉਹ ਤਕਰੀਬਨ ਉਸ ਤੋਂ ਬਾਅਦ 50 ਸਾਲ ਤੱਕ ਜਿੰਦਾ ਰਹੇ, ਹੈ ਨਾ। ਅਗਰ ਡਾਕਟਰ ਨੇ ਅਦਰਵਾਈਜ਼ ਕਹਿਤਾ ਸੀਗਾ ਕਿ ਆਹ ਬਿਮਾਰੀ ਦਾ ਬੰਦਾ 3 ਸਾਲ ਤੋਂ ਬਾਅਦ ਅੱਗੇ ਰਹਿ ਨਹੀਂ ਸਕਦਾ। ਅਤੇ 1985 ਦੇ ਵਿੱਚ ਅੱਛਾ ਇਹਨਾਂ ਦਾ ਜਿਹੜਾ ਮੇਨ ਕੰਮ ਸੀ, ਕੰਮ ਕਿਸ ਚੀਜ਼ ਨਾਲ ਰਿਲੇਟਡ ਸੀਗਾ ਸਿਮਰਨ? ਬਲੈਕ ਹੋਲ ਰਿਲੇਟਿਵਿਟੀ, ਕੁਆਂਟਮ ਮਕੈਨਿਕਸ, ਸਪੇਸ ਟਾਈਮ ਸਿੰਗੂਲੈਰਿਟੀਜ਼। ਓਕੇ, ਬਲੈਕ ਹੋਲ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਤੁਹਾਨੂੰ ਪਤਾ ਬਲੈਕ ਹੋਲ ਹੁੰਦਾ ਬਈ ਜਿਹੜੀ ਵੀ ਕੋਈ ਚੀਜ਼ ਹੈਗੀ ਆ ਉਹਨੂੰ ਐਬਜ਼ੋਰਬ ਕਰ ਲੈਂਦਾ, ਮਤਲਬ ਈਵਨ ਪਲੈਨਟਸ ਅਤੇ ਸਟਾਰਸ ਨੂੰ ਵੀ ਖਾ ਜਾਂਦਾ ਹੈ, ਪਤਾ ਨਹੀਂ ਲੱਗਦਾ ਕਿਤੇ ਗਏ। ਈਵਨ ਜੇ ਲਾਈਟ ਵੀ ਚਲੀ ਜਾਏ ਬਲੈਕ ਹੋਲ ਕੋਲ, ਉਹ ਵੀ ਮੁੜ ਕੇ ਵਾਪਸ ਨਹੀਂ ਆਉਂਦੀ। ਮਤਲਬ ਉਹਦੇ 'ਚ ਇੰਨੀ ਅਟਰੈਕਸ਼ਨ ਹੁੰਦੀ ਹੈ, ਇੰਨੀ ਜ਼ਿਆਦਾ ਉਹਦੀ ਗ੍ਰੈਵਿਟੀ ਹੈ, ਪਰ ਬਲੈਕ ਹੋਲ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਅਤੇ ਇਹਦੇ 'ਤੇ ਕੰਮ ਜਿਹੜਾ ਜ਼ਿਆਦਾ ਵਧੀਆ ਕੰਮ ਕਿਹਨੇ ਕੀਤਾ? ਸਟੀਫਨ ਹਾਕਿੰਗ ਨੇ। ਬਲੈਕ ਹੋਲ 'ਤੇ, ਕੁਆਂਟਮ ਮਕੈਨਿਕਸ 'ਤੇ, ਸਪੇਸ ਟਾਈਮ ਸਿੰਗੂਲੈਰਿਟੀ 'ਤੇ। ਜਿੱਦਾਂ ਹੁਣ ਆਪਾਂ ਸਾਰੇ ਪੜ੍ਹਦੇ ਹਾਂ ਕਿ ਨਿਊਟਨ ਲਾਅ ਆਫ ਗ੍ਰੈਵੀਟੇਸ਼ਨ, ਪਰ ਕੀ ਕਿਸੇ ਨੂੰ ਸਮਝ ਆਉਂਦਾ ਕਿ ਸਨ ਜਿਹੜਾ ਹੈਗਾ ਪਲੈਨਟਸ ਨੂੰ ਖਿੱਚਦਾ ਕਿਉਂ? ਇਹ ਖਿੱਚ ਦਾ ਕਾਰਨ ਕੀ ਹੈ? ਇਹਨਾਂ ਸਾਰੀਆਂ ਚੀਜ਼ਾਂ ਦੇ ਸਵਾਲਾਂ ਦੇ ਜਵਾਬ ਸਟੀਫਨ ਹਾਕਿੰਗ ਨੇ ਦਿੱਤੇ। ਖਾਸ ਕਰਕੇ ਸਪੇਸ ਦੇ ਉੱਤੇ ਇਹਦੀ ਮਾਸਟਰੀ ਸੀਗੀ, ਸਪੇਸ ਨੂੰ ਬੜੀ ਚੰਗੀ ਤਰ੍ਹਾਂ ਇਹਨੇ ਸਮਝਿਆ। ਅਤੇ 1985 ਦੇ ਵਿੱਚ ਨਾ ਇਹ ਸਰਨ ਜਨੇਵਾ ਦਾ ਨਾਮ ਸੁਣਿਆ? ਜਨੇਵਾ ਨਿਊਕਲੀਅਰ ਦੀ ਰਿਸਰਚ ਦਾ ਸੈਂਟਰ, ਉਹਨੂੰ ਸਰਨ ਕਹਿੰਦੇ ਆ, CERN। ਅਤੇ ਉੱਥੇ ਇੱਕ ਮਸ਼ੀਨ ਲੱਗੀ ਆ ਹੁਣ, LHC, ਲਾਰਜ ਹੈਡਰੋਨ ਕੋਲਾਈਡਰ। ਉਹ ਐਕਸਲਰੇਟਰ ਹੈ, ਮਤਲਬ ਪਾਰਟੀਕਲ ਨੂੰ ਐਕਸਲਰੇਟ ਕਰਦੀ ਹੈ। ਅਤੇ ਜਿੱਥੇ ਡਿਸਕਵਰੀ ਚੱਲ ਰਹੀ ਹੈ ਹੁਣ ਵੀ, ਉੱਥੇ ਡਿਸਕਵਰੀ ਚੱਲ ਰਹੀ ਹੈ ਜਨੇਵਾ ਸਰਨ ਵਿੱਚ, ਜਿਹੜੀ LHC ਲੱਗੀ ਹੈ ਉੱਥੇ। ਜਿੱਥੇ ਗੋਲਡ ਪਾਰਟੀਕਲ ਦੀ ਡਿਟੈਕਸ਼ਨ ਨੂੰ, ਗੋਲਡ ਪਾਰਟੀਕਲ ਨੂੰ ਅਜੇ ਵੀ ਸਰਚ ਕੀਤਾ ਜਾ ਰਿਹਾ। ਗੋਲਡ ਪਾਰਟੀਕਲ ਹੀ ਨਹੀਂ ਕਿ ਉਹ ਰੱਬ ਨੂੰ ਸਰਚ ਕਰ ਰਹੇ, ਗੋਲਡ ਪਾਰਟੀਕਲ ਇੱਕ ਨਾਮ ਹੈ, ਇੱਕ ਪਾਰਟੀਕਲ ਨੂੰ ਨਾਮ ਦਿੱਤਾ, ਅਤੇ ਉਹਦੇ ਬਾਰੇ ਅਜੇ ਵੀ ਸਰਚ ਚੱਲ ਰਹੀ ਹੈ। ਅਤੇ 1985 ਵਿੱਚ ਜਿਹੜਾ ਸਟੀਫਨ ਸੀਗਾ, ਇਹ ਉੱਥੇ ਗਿਆ ਜਨੇਵਾ। ਜਦੋਂ ਉੱਥੇ ਪਹੁੰਚਿਆ ਅਤੇ ਉਹਨੇ, ਕਿਉਂਕਿ ਉਹ ਇੰਟਰਸਟਡ ਸੀ ਉਸ ਕੰਮ ਵਿੱਚ, ਪਰ ਉੱਥੇ ਉਹਨੂੰ ਨਮੂਨੀਆ ਹੋ ਗਿਆ। ਔਰ ਨਮੂਨੀਆ ਵੀ ਇੱਕਦਮ ਉਹਨੂੰ ਦੌਰਾ ਪਿਆ ਨਮੂਨੀਆ। ਫਿਰ ਉਹਦੀ ਤਬੀਅਤ ਇੰਨੀ ਖਰਾਬ ਹੋਈ ਕਿ ਉਹਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ, ਅਤੇ ਉਹਦੀ ਬਚਣ ਦੀ ਉਮੀਦ ਬਿਲਕੁਲ ਨਾ ਦੇ ਵਾਂਗੂ ਸੀਗੀ। ਉਹ ਵੈਂਟੀਲੇਟਰ 'ਤੇ ਪਿਆ ਸੀ, ਅਤੇ ਡਾਕਟਰਾਂ ਨੇ ਇਹ ਸੋਚਿਆ ਕਿ ਕਦ ਤੱਕ ਰੱਖਾਂਗੇ ਵੈਂਟੀਲੇਟਰ 'ਤੇ। ਉਹਨਾਂ ਦੀ ਵਾਈਫ ਨੂੰ ਪੁੱਛਿਆ, ਬਈ ਇਹਨੂੰ ਅਸੀਂ ਇੱਕ ਸ਼ਾਂਤ ਮੌਤ ਦੇ ਦਈਏ, ਬਈ ਅਸੀਂ ਹਟਾ ਦਈਏ ਸਾਰੀ ਇਕੁਇਪਮੈਂਟ, ਅਤੇ ਸਾਨੂੰ ਨਹੀਂ ਲੱਗਦਾ ਕਿ ਕੋਈ ਲਾਈਫ ਦੇ ਕੋਈ ਚਾਂਸਿਸ ਹੈਗੇ। ਪਰ ਇਹਦੀ ਵਾਈਫ ਨੇ ਰਿਫਿਊਜ਼ ਕਰਤਾ, ਕਹਿੰਦੇ ਐਵੇਂ ਨਹੀਂ ਕਰਨਾ, ਜਦ ਤੱਕ ਇਹ ਜਿੰਦਾ ਰਹੂਗਾ, ਜਦ ਤੱਕ ਵੈਂਟੀਲੇਟਰ 'ਤੇ ਹੈਗਾ, ਠੀਕ ਹੈ, ਤੁਸੀਂ ਇੱਦਾਂ ਹਟਾਉਣੇ ਨਹੀਂ। ਫਿਰ ਉਹਨੂੰ ਸਟੀਫਨ ਹਾਕਿੰਗ ਨੂੰ ਉਹਦੀ ਵਾਈਫ ਜਨੇਵਾ ਤੋਂ ਕੈਂਬਰਿਜ ਲੈ ਆਈ, ਅਤੇ ਜਿਹੜੇ ਕੈਂਬਰਿਜ ਦੇ ਡਾਕਟਰ ਸੀਗੇ, ਕੈਂਬਰਿਜ ਦੇ ਡਾਕਟਰ ਨੇ ਉਹਨੂੰ ਸਟੱਡੀ ਕੀਤਾ, ਅਤੇ ਉਹਨਾਂ ਦੀ ਜਿਹੜੀ ਸਾਹ ਦੀ ਨਾਲੀ ਹੁੰਦੀ ਆ, ਉਹਨਾਂ ਨੂੰ ਉਹਦੇ 'ਚ ਇੱਕ ਛੇਕ ਕਰਨਾ ਪਿਆ, ਹੋਲ ਕਰਨਾ ਪਿਆ। ਜਦੋਂ ਉਹ ਕਰਨਾ ਪਿਆ ਤਾਂ ਉਹਦੀ ਜਿਹੜੀ ਬੋਲਣ ਦੀ ਤਾਕਤ ਸੀਗੀ ਉਹ ਖਤਮ ਹੋ ਗਈ, ਪਰ ਉਹ ਬਚ ਗਈ, ਹੈ ਨਾ। ਇੱਕ ਉਹਨਾਂ ਨੂੰ ਫਿਰ ਨਵੀਂ ਲਾਈਫ ਮਿਲ ਗਈ, ਪਰ ਪ੍ਰੋਬਲਮ ਆਈ, ਹੁਣ ਬੋਲ ਨਹੀਂ ਸੀ ਸਕਦੇ। ਅਤੇ ਉਹ ਰਿਸਰਚ ਵਿੱਚ ਬਹੁਤ ਸਟਰੋਂਗ ਸੀਗੇ, ਲੋਕਾਂ ਨੂੰ ਬੜੀ ਕਿਉਰਿਓਸਿਟੀ ਸੀ ਕਿ ਉਹ ਦੱਸਣ। ਤਾਂ ਇੱਕ ਵਿਅਕਤੀ ਦਾ ਨਾਮ ਹੈਗਾ ਮਾਰਟਿਨ ਕਿੰਗ ਨੇ ਵਰਲਡ ਪਲੱਸ ਤੋਂ ਇਕੁਇਲਾਈਜ਼ਰ ਬਣਵਾਇਆ, ਕੋਈ ਇੱਦਾਂ ਦਾ ਸੋਫਟਵੇਅਰ ਬਣਾਇਆ। ਉਹ ਸੋਫਟਵੇਅਰ ਕੀ ਸੀਗਾ? ਇੱਕ ਮਤਲਬ ਤੁਸੀਂ ਉਹਨੂੰ ਮਸ਼ੀਨ ਕਹਿ ਸਕਦੇ ਹੋ, ਕਿਉਂਕਿ ਉਹ ਵੀਲ ਚੇਅਰ 'ਤੇ ਸੀਗੇ ਸਟੀਫਨ, ਕਿਉਂਕਿ ਉਹਨਾਂ ਦੀ ਬਾਡੀ ਨੇ ਆਲਮੋਸਟ ਕੰਮ ਕਰਨਾ ਬਾਕੀ ਤਾਂ ਬੰਦ ਕੀਤਾ ਹੋਇਆ ਸੀ, ਇਕੱਲਾ ਦਿਮਾਗ ਹੀ ਵਰਕ ਕਰਦਾ ਸੀਗਾ। ਅੱਛਾ, ਹੁਣ ਬੋਲ ਵੀ ਨਹੀਂ ਸੀ ਸਕਦੇ। ਅਤੇ ਉਹਨੇ ਕੀ ਕੀਤਾ, ਮਾਰਟਿਨ ਕਿੰਗ ਨੇ ਉਸ ਸੋਫਟਵੇਅਰ ਨਾਲ ਉਹਨੂੰ ਇੱਦਾਂ ਕੀਤਾ ਕਿ ਉਹਦੀ ਚੇਅਰ ਦੇ ਉੱਤੇ ਹੀ ਕੰਪਿਊਟਰ ਲੱਗਾ ਸੀਗਾ, ਉਹਦਾ ਇੱਕ ਹੱਥ ਜਿਹੜਾ ਸੀਗਾ ਥੰਮ, ਉਹ ਕੰਮ ਕਰਦਾ ਸੀ। ਉਹ ਹੱਥ ਦੇ ਨਾਲ ਟੈਪ ਕਰਦੇ ਸੀਗੇ, ਮਤਲਬ ਹਿਲਾਉਂਦੇ ਸੀ,
ਤੇ ਉਹ ਜਿਹੜਾ ਸੌਫਟਵੇਅਰ ਸੀਗਾ ਉਹ ਸੌਫਟਵੇਅਰ ਕਨਵਰਟ ਕਰ ਦਿੰਦਾ ਸੀਗਾ ਉਹਨੂੰ ਵੌਇਸ ਦੇ ਵਿੱਚ। ਤਾਂ ਉੱਥੋਂ ਕੰਮ ਥੋੜ੍ਹੀ ਦੇਰ ਚੱਲਦਾ ਰਿਹਾ, ਪਰ ਫਿਰ ਇੱਕ ਟਾਈਮ ਆਇਆ ਜਦੋਂ ਉਹਨਾਂ ਦੀ ਅੰਗੂਠੇ ਦੇ ਹਿਲਾਉਣ ਦੀ ਤਾਕਤ ਵੀ ਖਤਮ ਹੋ ਗਈ। ਜਦੋਂ ਉਹ ਤਾਕਤ ਖਤਮ ਹੋ ਗਈ ਤਾਂ ਉਹਨਾਂ ਨੇ ਇੰਜੀਨੀਅਰਸ ਨੇ ਕੀ ਕੀਤਾ, ਉਹਨਾਂ ਦੀ ਜਿਹੜੀ ਚੀਕਸ ਹੁੰਦੀਆਂ ਜਿਵੇਂ ਗੱਲ ਦੇ ਨਾਲ ਉਹਨਾਂ ਨੇ ਇੱਕ ਕੁਛ ਇੱਦਾਂ ਦਾ ਸੈਂਸਰ ਲਗਾਤਾ ਅਤੇ ਸੈਂਸਰ ਨੂੰ ਕਨੈਕਟ ਕਰਤਾ ਉਹਨਾਂ ਦੀ ਜਿਹੜੀਆਂ ਐਨਕਾਂ ਸੀਗੀਆਂ ਲੱਗੀਆਂ ਹੋਈਆਂ, ਉਹਦੇ ਨਾਲ ਇੱਕ ਹੋਰ ਸੈਂਸਰ ਲੱਗਾ ਸੀਗਾ। ਤਾਂ ਸਾਹਮਣੇ ਕੰਪਿਊਟਰ ਸੀ, ਤਾਂ ਜਦੋਂ ਕੁਝ ਕਹਿਣਾ ਚਾਹੁੰਦੇ ਸੀ ਉਹਨਾਂ ਦਾ ਮਤਲਬ ਕਿ ਮਸਲਸ ਹੈ, ਚੀਕਸ ਹੈ, ਉਹ ਇੱਦਾਂ ਦਾ ਥੋੜ੍ਹਾ ਵਾਈਬ੍ਰੇਸ਼ਨਸ ਹੁੰਦੀ ਨਾ ਚੀਕਸ ਦੀ, ਉਸ ਵਾਈਬ੍ਰੇਸ਼ਨ ਨੂੰ ਸੈਂਸਰ ਸਮਝ ਕੇ ਅੱਖਾਂ ਦੇ ਉੱਤੇ ਲੱਗੇ ਹੋਏ ਚਸ਼ਮੇ ਦੇ ਉੱਤੇ ਸੈਂਸਰ ਲੱਗਾ ਸੀ, ਉਹਨੂੰ ਦੇ ਦਿੰਦੇ ਸੀ ਬਈ ਇੱਦਾਂ ਦੀ ਮੂਵਮੈਂਟਸ ਹੈ। ਉਹ ਫਿਰ ਉਹ ਮੂਵਮੈਂਟ ਦਾ ਜਿਹੜਾ ਇਨਫਰਾਰੈਡ ਰੇਡੀਏਸ਼ਨ ਦੇ ਨਾਲ ਕੰਪਿਊਟਰ ਕੋਲ ਜਾਂਦੀਆਂ ਸੀਗੀਆਂ ਅਤੇ ਕੰਪਿਊਟਰ ਉਹਨੂੰ ਫਿਰ ਵੌਇਸ ਬਣਾ ਦਿੰਦਾ ਸੀ। ਤਾਂ ਇਹ ਵੀ ਕਾਫੀ ਦੇਰ ਉਹ ਆਪਣਾ ਕੰਮ ਬੇਸ਼ੱਕ ਸਲੋ ਹੋ ਚੁੱਕਾ ਸੀ, ਪਰ ਇੱਦਾਂ ਚੱਲਦਾ ਰਿਹਾ ਕਿ ਉਹ ਚਿਕਸ ਦੇ ਉੱਤੇ ਸੈਂਸਰ ਲੱਗਾ ਹੋਇਆ ਅਤੇ ਉਹਨੂੰ ਆਈ ਤੋਂ ਇਨਫਰਾਰੈਡ ਰੇਡੀਏਸ਼ਨ ਦੇ ਨਾਲ ਕੰਪਿਊਟਰ ਆਪਰੇਟ ਹੁੰਦਾ ਸੀਗਾ। ਅਤੇ ਉਹਦੇ ਨਾਲ ਉਹਨਾਂ ਨੇ ਕਾਫੀ ਡਿਸਕਵਰੀਜ਼, ਬਾਕੀ ਕਾਫੀ ਕੁਝ ਖੋਜਾਂ ਇੱਦਾਂ ਵੀ ਲੋਕਾਂ ਨੂੰ ਦੱਸੀਆਂ, ਐਵੇਂ ਵੀ ਦੱਸੀਆਂ। ਅਤੇ ਇੱਕ ਬਹੁਤ ਜ਼ਿਆਦਾ ਜਿਹੜਾ ਫੇਮਸ ਆਪਣਾ ਹਰਵਿੰਦਰ ਹੋਇਆ, ਉਹਦੀ ਕੋਈ ਬੁੱਕ ਲਿਖੀ ਹੋਈ ਆ ਉਹਨਾਂ ਦੀ ਇੱਕ ਬੁੱਕ ਆ ਜਿਹਦੇ ਕਰਕੇ ਉਹਨੂੰ ਕਾਫੀ ਲੋਕ ਜਾਣਨ ਲੱਗ ਗਏ। ਉਹਦੇ ਬਾਰੇ ਕੀ ਹੈ ਸਰ? ਉਹ ਬੁੱਕ ਦਾ ਬਰੀਫ ਹਿਸਟਰੀ ਆਫ ਟਾਈਮ ਇਹਨਾਂ ਨੇ ਰਾਈਟ ਕਰੀ ਸੀ। ਉਹ ਬੁੱਕ 1988 ਵਿੱਚ ਪਬਲਿਸ਼ ਹੋਈ ਸੀ ਅਤੇ ਉਹਦੀ 10 ਮਿਲੀਅਨ ਕਾਪੀ ਸੈਲ ਹੋਈਆਂ ਸੀ ਅਤੇ ਉਹ 35 ਲੈਂਗੁਏਜ ਵਿੱਚ ਲਿਖੀ ਹੋਈ ਸੀ। ਹਾਂ, 10 ਮਿਲੀਅਨ ਕਾਪੀ ਦਾ ਹੋਣਾ ਇਟ ਮੀਨ ਸਮਥਿੰਗ। ਅਤੇ ਮੇਰੇ ਖਿਆਲ ਪੂਰਾ ਸੰਸਾਰ ਉਹਨਾਂ ਨੂੰ ਜਾਣਨ ਲੱਗ ਗਿਆ ਸੀਗਾ। ਉਹ ਬਰੀਫ ਹਿਸਟਰੀ ਆਫ ਟਾਈਮ, ਜਿਹੜੀ ਬਰੀਫ ਹਿਸਟਰੀ ਆਫ ਟਾਈਮ ਬੜੀ ਚੰਗੀ ਕਿਤਾਬ ਹੈ, ਬੜੀ ਸੌਖੀ ਭਾਸ਼ਾ 'ਚ ਲਿਖੀ ਹੋਈ ਹੈ। ਮੈਂ ਤੁਹਾਨੂੰ ਕਹੂੰਗਾ ਕਿ ਜੇ ਕਿਤੇ ਟਾਈਮ ਮਿਲੇ ਉਹਨੂੰ ਜ਼ਰੂਰ ਰੀਡ ਕਰਿਓ। ਉਹਦੇ 'ਚ ਬੜੇ ਸਪੇਸ ਦੇ ਰਿਲੇਟਡ ਬੜੇ ਵਧੀਆ ਆਂਸਰ ਦਿੱਤੇ ਹੋਏ। ਵੈਰੀ ਗੁੱਡ ਬੁੱਕ ਹੈ ਉਹ। ਅੱਛਾ, ਤਾਂ ਹੁਣ ਇਹ ਜਿਹੜਾ ਉਹਦਾ ਬੋਲਣ ਦਾ ਤਰੀਕਾ ਸੀਗਾ, ਕਿਉਂਕਿ ਆਵਾਜ਼ ਨਹੀਂ ਸੀ, ਸੈਂਸਰ ਦੀ ਹੈਲਪ ਲਈ ਜਾ ਰਹੀ ਸੀ, ਚੀਕਸ ਦੀਆਂ ਜਿਹੜੀਆਂ ਮੂਵਮੈਂਟਸ ਹੈ ਉਹ ਤੋਂ ਆਵਾਜ਼ ਬਣਾਈ ਜਾ ਰਹੀ ਸੀ। ਫਿਰ ਇੰਟਲ ਅਤੇ ਐਪਲ ਨੇ ਵੀ ਬੜੀ ਹੈਲਪ ਕੀਤੀ ਇੱਦਾਂ ਦੀ ਮਸ਼ੀਨਸ ਦੇ ਨਾਲ, ਸੌਫਟਵੇਅਰ ਬਣਾਉਣ ਦੇ ਨਾਲ। ਤਾਂ ਇੱਕ ਜਿਹੜੀ ਉਹਨਾਂ ਦੀ ਪਰਸਨਲ ਲਾਈਫ ਨਾਲ ਰਿਲੇਟਡ ਹੈਗੀ ਆ ਚੀਜ਼, ਉਹ ਇਹ ਕਿ ਇੱਕ ਵਿਅਕਤੀ ਦਾ ਨਾਂ ਹੈ, ਇੱਕ ਇੰਜੀਨੀਅਰ ਸੀਗਾ ਡੇਵਿਡ ਮੇਸਨ। ਡੇਵਿਡ ਮੇਸਨ ਨੇ ਕਾਫੀ ਉਹਦੀ ਚੇਅਰ ਦੇ ਉੱਤੇ ਜਿੱਦਾਂ ਫਿਟਿੰਗ ਕਰਨੀ ਆ, ਉਹਨੇ ਉਹ ਕੰਮ ਸੰਭਾਲਿਆ ਹੋਇਆ ਸੀ। ਅਤੇ ਉਹਦੀ ਜਿਹੜੀ ਵਾਈਫ ਸੀਗੀ ਐਲਨ ਮੇਸਨ, ਉਹਦੀ ਵਾਈਫ ਦਾ ਨਾਮ ਸੀ ਐਲਨ ਮੇਸਨ। ਉਹਦੀ ਥੋੜ੍ਹੀ ਇੰਟਰੈਕਸ਼ਨ ਹੋਈ ਸਟੀਫਨ ਦੇ ਨਾਲ, ਕਿਉਂਕਿ ਸਟੀਫਨ ਨੇ ਪਹਿਲਾਂ ਤਲਾਕ ਦੇ ਚੁੱਕਾ ਸੀਗਾ। ਤਾਂ ਇਹ ਇੱਕ ਨਵਾਂ ਉਹਨਾਂ ਦਾ ਰਿਲੇਸ਼ਨਸ਼ਿਪ ਡਿਵੈਲਪ ਹੋਏ ਐਲਨ ਮੇਸਨ ਦੇ ਸਟੀਫਨ ਹੌਕਿੰਗ ਦੇ ਨਾਲ, ਅਤੇ ਉਹਨਾਂ ਦੀ ਮੈਰਿਜ ਵੀ ਹੋਈ, ਸੈਕਿੰਡ ਮੈਰਿਜ ਹੋਈ। ਪਰ ਇਹ ਮੈਰਿਜ ਵੀ ਜ਼ਿਆਦਾ ਦਿਨ ਨਹੀਂ ਚੱਲੀ। ਲੋਕਾਂ ਨੂੰ ਕਹਿੰਦੇ ਸੁਣਿਆ ਗਿਆ ਕਿ ਜਿਹੜੀ ਉਹਦੀ ਵਾਈਫ ਸੀਗੀ ਉਹਨੂੰ ਥੋੜ੍ਹਾ ਟੌਰਚਰ ਵੀ ਕਰਦੀ ਰਹੀ, ਪਰ ਉਹ ਕੋਈ ਲਿਖਤੀ ਰੂਪ ਵਿੱਚ ਕਿਤੇ ਇੱਦਾਂ ਦਾ ਨਹੀਂ ਲੱਗਦਾ ਕਿ ਐਵੇਂ ਹੋਇਆ ਹੋਏ। ਪਰ ਇਹ ਉਹਨਾਂ ਦੀ ਮੈਰਿਜ ਵੀ 2006 ਦੇ ਵਿੱਚ ਉਹ ਤਲਾਕ ਹੋ ਗਿਆ ਸੀਗਾ ਸੈਕਿੰਡ ਵਾਈਫ ਨਾਲ ਵੀ। ਪਰ ਉਹਦੀ ਪਰਸਨਲ ਲਾਈਫ ਵੱਲ ਆਪਾਂ ਨਹੀਂ ਇੰਨਾ ਜਾਂਦੇ ਜਿੰਨਾ ਉਹਦਾ ਕੰਟਰੀਬਿਊਸ਼ਨ ਹੈਗਾ ਸੋਸਾਇਟੀ ਨੂੰ, ਸਾਇੰਟੀਫਿਕ ਕੌਨਸੈਪਟਸ ਨੂੰ ਕਲੀਅਰ ਕਰਨ ਵਿੱਚ। ਉਹਦੇ ਵਰਗਾ ਮੇਰਾ ਖਿਆਲ ਹੈ ਕਿ ਕੋਈ ਹੋਰ ਰੋਲ ਪਲੇ ਨਹੀਂ ਕਰ ਸਕਦਾ ਜਿੰਨਾ ਦਿਮਾਗ ਰੱਬ ਨੇ ਦਿੱਤਾ ਉਹਨੂੰ। ਬੇਸ਼ੱਕ ਉਹ ਆਪ ਖੁਦ ਨਾਸਤਿਕ ਸੀਗਾ, ਕੋਈ ਬਹੁਤਾ ਰੱਬ ਨੂੰ ਨਹੀਂ ਮੰਨਦਾ ਸੀ, ਪਰ ਉਹ ਮੇਰੇ ਖਿਆਲ ਨਾਲ ਤਾਂ ਜੇ ਉਹਨੂੰ ਦਿਮਾਗ ਕਿਸੇ ਨੇ ਗਿਫਟ ਕੀਤਾ, ਉਹ ਨੇਚਰ ਨੇ ਕੀਤਾ, ਅਤੇ ਨੇਚਰ ਹੀ ਦੱਸਣਾ ਚਾਹੁੰਦੀ ਸੀ ਲੋਕਾਂ ਨੂੰ ਉਹਦੇ ਥਰੂ ਬਈ ਇਹ ਸਭ ਕੁਝ ਐਵੇਂ ਹੈ। ਅਤੇ ਉਹਨੇ ਦੱਸਿਆ, ਕਿਉਂਕਿ ਜੇ ਨੇਚਰ ਨੂੰ ਨਹੀਂ ਪਸੰਦ ਹੁੰਦਾ ਅਤੇ ਜਦੋਂ 21 ਸਾਲਾਂ ਨੂੰ ਉਹਨੂੰ ਬਿਮਾਰੀ ਹੋਈ ਸੀ ਅਤੇ ਉਸ ਤੋਂ ਬਾਅਦ ਬੰਦਾ 2-3 ਸਾਲ ਹੀ ਜਿੰਦਾ ਰਹਿੰਦਾ।
वो ਸਰਵਾਈਵ ਕੀਤਾ ਉਹਨੇ ਤੇ ਇਹ ਸਾਰੀ ਕੁਝ ਅੱਗੇ ਐਵੇਂ ਚੱਲਿਆ। ਇਹ ਕੁਝ ਗੱਲਾਂ ਹੋਰ ਦੱਸੀਆਂ ਸਟੀਫਨ ਨੇ। ਇੱਕ ਉਹਨੇ ਲੈਕਚਰ ਦਿੱਤਾ ਸੀ ਆਕਸਫੋਰਡ ਯੂਨੀਵਰਸਿਟੀ ਵਿੱਚ, 1 ਘੰਟੇ ਦਾ ਉਹਦਾ ਲੈਕਚਰ ਸੀਗਾ। ਉਹਨੇ 1 ਘੰਟੇ ਦਾ ਲੈਕਚਰ ਦਿੱਤਾ। ਉਹਨੇ ਕਿਹਾ, ਉਹਨੇ ਦੱਸਿਆ ਕਿ ਵੀ ਮੈਨੂੰ ਨਹੀਂ ਲੱਗਦਾ ਹੈਗਾ ਕਿ ਦੁਨੀਆ ਜਿਹੜੀ ਹੈ 1000 ਸਾਲ ਤੋਂ ਵੱਧ ਤੱਕ ਇੱਥੇ ਰਹੂਗੀ ਧਰਤੀ 'ਤੇ। ਕਾਰਨ ਉਹਨੇ ਦੱਸਿਆ ਕਿ ਜਿੰਨੇ ਨਿਊਕਲੀਅਰ ਵੈਪਨਸ ਬਣੇ ਹੋਏ ਇਹ ਕਿਸੇ ਨਾ ਕਿਸੇ ਵਕਤ ਡਿਸਟਰਾਏ ਕਰ ਦੇਣਗੇ ਇਸ ਧਰਤੀ। ਸੈਕਿੰਡ, ਉਹਨੇ ਕਿਹਾ ਕਿ ਜਿਹੜਾ ਆਪਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸੀ ਵੱਲ ਮੂਵ ਕਰ ਰਹੇ ਹਾਂ ਅਤੇ ਆਉਣ ਵਾਲੇ ਟਾਈਮ ਵਿੱਚ ਰੋਬੋਟਸ ਵਗੈਰਾ ਬਣ ਜਾਣਗੇ ਅਤੇ ਕਿਤੇ ਨਾ ਕਿਤੇ ਉਹਨੂੰ ਲੱਗਦਾ ਸੀ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਆ, ਜੇ ਮਸ਼ੀਨ ਦੇ ਕੋਲ ਆ ਗਈ ਅਤੇ ਉਹਨੇ ਕੰਟਰੋਲ ਕਰ ਲੈਣਾ ਹਿਊਮਨਸ ਨੂੰ ਅਤੇ ਉਹਦੇ ਨਾਲ ਵੀ ਦੁਨੀਆ ਦੇ ਖਤਮ ਹੋਣ ਦੇ ਚਾਂਸਿਸ ਬਣ ਜਾਣਗੇ। ਅਤੇ ਉਹਨੇ ਫਿਰ ਉਹਦੀ ਇੱਕ ਇਹ ਵੀ ਭਾਵਨਾ ਸੀ ਬਈ ਇਸ ਤੋਂ ਪਹਿਲਾਂ ਕਿ ਧਰਤੀ 'ਤੇ ਜੀਵਨ ਖਤਮ ਹੋ ਜਾਏ, ਕਿਸੇ ਨਾ ਕਿਸੇ ਹੋਰ ਪਲੈਨਟ ਦੇ ਉੱਤੇ ਲਾਈਫ ਨੂੰ ਸਟਾਰਟ ਕਰਨ ਲਈ ਕੁਛ ਨਾ ਕੁਛ ਕੰਮ ਕਰਨੇ ਚਾਹੀਦੇ ਹੈ। ਕਿਸੇ ਹੋਰ ਪਲੈਨਟ 'ਤੇ ਲਾਈਫ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ। ਬਈ ਜੇ ਇੱਥੇ ਅੱਜ ਦੇ ਉੱਤੇ ਲਾਈਫ ਖਤਮ ਹੁੰਦੀ ਹੈ ਤਾਂ ਕਿਸੇ ਹੋਰ ਪਲੈਨਟ ਤੋਂ ਜੇ ਸਟਾਰਟ ਹੋ ਜੂਗੀ ਤਾਂ ਅੱਗੇ ਤੱਕ ਵਧੇਗੀ। ਫਿਰ ਇਸ ਲਈ ਉਹਨੇ ਆਪਣੇ ਲਾਸਟ ਟਾਈਮ ਦੇ ਉੱਤੇ ਨੈਨੋ ਕਰਾਫਟ ਬਣਾਉਣ ਦਾ ਇੱਕ ਥਿਊਰੀ, ਇੱਕ ਕੌਨਸੈਪਟ ਦਿੱਤਾ ਸੀ ਲੋਕਾਂ ਨੂੰ। ਨੈਨੋ ਕਰਾਫਟ ਕੀ ਹੁੰਦਾ? ਜਿਵੇਂ ਅਲਫਾ ਸੈਂਚੁਰੀ ਹੈ, ਅਲਫਾ ਸੈਂਚੁਰੀ ਸਾਡਾ ਨੀਅਰੈਸਟ ਸਟਾਰ ਹੈ। ਤੁਹਾਨੂੰ ਪਤਾ ਹੈ ਕਿ ਸਨ ਤੋਂ ਜਿਹੜੀ ਲਾਈਟ ਆਉਂਦੀ ਅੱਠ 'ਤੇ ਉਹਨੂੰ 8 ਮਿੰਟ ਲੱਗਦੇ ਆ ਤਕਰੀਬਨ। ਜਿਹੜਾ ਸਾਡਾ ਨੀਅਰੈਸਟ ਸਟਾਰ ਹੈ ਅਲਫਾ ਸੈਂਚੁਰੀ, ਉੱਥੋਂ ਲਾਈਟ ਨੂੰ ਆਉਣ ਨੂੰ 4 ਸਾਲ ਲੱਗਦੇ ਆ। ਉਹ ਸਾਡਾ ਨੀਅਰੈਸਟ ਸਟਾਰ। ਸਟੀਫਨ ਨੂੰ ਸੀਗਾ ਕਿ ਅਲਫਾ ਸੈਂਚੁਰੀਜ਼ ਦੇ ਕੋਲ, ਕਿਉਂਕਿ ਉਹ ਬਾਈਨਰੀ ਸਟਾਰਸ ਹੈ ਅਲਫਾ ਸੈਂਚੁਰੀ, ਉਹਨੂੰ ਇਹ ਕਾਫੀ ਸ਼ੋਰ ਸੀ ਕਿ ਉੱਥੇ ਜਿਹੜੇ ਪਲੈਨਟਸ ਹੈ ਉਹਨਾਂ ਸਟਾਰਸ ਦੇ ਕੋਲ ਉੱਥੇ ਲਾਈਫ ਦੇ ਪੂਰੇ ਚਾਂਸਿਸ ਹੈਗੇ ਆ। ਪਰ ਮੁਸ਼ਕਿਲ ਇਹ ਹੈ ਕਿ ਜਿੱਥੋਂ ਲਾਈਟ ਨੂੰ 4 ਸਾਲ ਲੱਗਦੇ ਪਏ ਅਤੇ ਆਪਾਂ ਇੱਦਾਂ ਦਾ ਕੋਈ ਏਅਰਕ੍ਰਾਫਟ ਬਣਾ ਨਹੀਂ ਸਕਦੇ ਕਿ ਜਿਹੜਾ ਵਾਪਸ ਮੁੜੇ ਸਾਡੀ ਲਾਈਫ ਦੇ ਡਿਊਰਿੰਗ। ਜੇ ਤੁਸੀਂ ਮਤਲਬ ਲਾਈਟ ਜਿੰਨਾ ਤਾਂ ਕੋਈ ਤੇਜ਼ ਕਿਸੇ ਨੂੰ ਮੂਵ ਕਰਾ ਹੀ ਨਹੀਂ ਸਕਦੇ, ਹੈ ਨਾ। ਅਤੇ ਫਿਰ ਉਹਨੇ ਇਹ ਸੋਚਿਆ, ਉਹਦੇ ਦਿਮਾਗ ਸੀ ਨੈਨੋ ਕਰਾਫਟ ਬਣਾਉਣ ਦਾ। ਨੈਨੋ ਕਰਾਫਟ ਕੀ ਹੁੰਦੇ ਕਿ ਇੱਕ ਚਿਪ ਹੁੰਦੀ ਨੈਨੋ ਸਾਈਜ਼ ਦੀ, ਨੈਨੋ ਮੀਨ ਵੈਰੀ ਸਮੋਲ। ਉਹਨੂੰ ਅਸੀਂ ਨੈਨੋ ਚਿਪਸ ਨੂੰ ਜੇ ਅਸੀਂ ਅਲਫਾ ਸੈਂਚੁਰੀ ਤੱਕ ਭੇਜੀਏ, ਉਹਨੇ ਸਾਰੀ ਕੈਲਕੂਲੇਸ਼ਨਸ ਕੀਤੀਆਂ ਸੀ ਵੀ ਤਕਰੀਬਨ 20 ਸਾਲਾਂ ਤੱਕ ਉਹ ਸ਼ਾਇਦ ਪਹੁੰਚ ਸਕਦਾ ਨੈਨੋ ਕਰਾਫਟ ਅਲਫਾ ਸੈਂਚੁਰੀ ਤੱਕ। ਉੱਥੇ ਜਾ ਕੇ ਉਹ ਸਟੱਡੀ ਕੀਤੀ ਜਾਏ, ਉਹ ਸਾਨੂੰ ਡਾਟਾ ਭੇਜਣ ਜਿੱਥੋਂ ਪਤਾ ਲੱਗ ਸਕੇ ਕਿ ਉੱਥੇ ਕਿਤੇ ਲਾਈਫ ਦੀ ਪੋਸੀਬਿਲਿਟੀ ਹੈ ਕਿ ਨਹੀਂ। ਪਰ ਇਹ ਕਿਉਂਕਿ ਉਹਦੀ ਲਾਈਫ ਡੈਥ ਹੋ ਗਈ 2018 ਵਿੱਚ ਇਹਦੀ ਡੈਥ ਹੋ ਗਈ ਸੀਗੀ। ਤੁਹਾਨੂੰ ਮੈਂ ਆਲਰੇਡੀ ਦੱਸਿਆ ਡੈਥ ਹੋਈ ਸੀ 14 ਮਾਰਚ 2018 ਵਿੱਚ, ਕਿਉਂਕਿ ਉਹਦੀ ਲਾਈਫ ਉਸ ਤੋਂ ਬਾਅਦ ਉਹ ਕੰਟੀਨਿਊ ਕਰ ਨਹੀਂ ਸਕਿਆ। ਇਹ ਇੱਕ ਉਹਦਾ ਸੁਪਨਾ ਰਹਿ ਗਿਆ ਕਿ ਅਲਫਾ ਸੈਂਚੁਰੀ ਦੇ ਉੱਤੇ ਕੋਈ ਲਾਈਫ ਹੈਗੀ ਆ ਤਾਂ ਉਹਨੂੰ ਐਕਸਪਲੋਰ ਕੀਤਾ ਜਾਏ। ਇਹ ਸਾਰਾ ਕੁਝ ਸੀਗਾ ਸਟੀਫਨ ਹਾਕਿੰਗ ਬਾਰੇ, ਜਿੱਥੋਂ ਆਪਾਂ ਕਾਫੀ ਕੁਝ ਸਿੱਖ ਸਕਦੇ ਹਾਂ। ਸਾਨੂੰ ਤਾਂ ਬਹੁਤ ਅੱਛੀ ਰੱਬ ਨੇ ਸਿਹਤ ਦਿੱਤੀ ਹੋਈ ਹੈ, ਆਪਾਂ ਬੋਲ ਸਕਦੇ ਹਾਂ, ਚੱਲ ਸਕਦੇ ਹਾਂ, ਤਾਂ ਪਰ ਸਾਡੀ ਫਿਰ ਵੀ ਕੋਈ ਬਹੁਤੀ ਵਿਲ ਪਾਵਰ ਸਾਡੀ ਇਹੋ ਜਿਹੀ ਨਹੀਂ ਹੁੰਦੀਆਂ ਕਿ ਅਸੀਂ ਕੋਈ ਕੰਮ ਇਹੋ ਜਿਹਾ ਕਰੀਏ। ਅਤੇ ਉਹ ਦੇਖੋ ਇਨਸਾਨ ਜਿਹਨੂੰ ਐਡੀ ਵੱਡੀ ਬਿਮਾਰੀ ਸੀ, ਬੋਡੀ ਕੰਮ ਨਹੀਂ ਕਰ ਰਹੀ ਸੀਗੀ, ਈਵਨ ਵੀਲ ਚੇਅਰ 'ਤੇ ਬੈਠਿਆਂ ਵੀ ਉਹ ਕਿੰਨਾ ਉਹਨੂੰ ਸੀ ਕਿ ਮੈਂ ਸੁਸਾਇਟੀ ਨੂੰ ਕੁਛ ਨਾ ਕੁਛ ਮੈਂ ਕੰਟਰੀਬਿਊਟ ਕਰਾਂ, ਅਤੇ ਉਹਨੇ ਫਿਰ ਕੀਤਾ ਵੀ। ਉਹਦੀ ਜਿਹੜੀ ਪਹਿਲੀ ਜਿਹੜਾ ਡਾਈਵੋਰਸ ਹੋਇਆ ਸੀ ਉਹਦਾ ਵੀ ਕਾਰਨ ਇਹ ਚੀਜ਼ ਬਣੀ ਸੀ ਕਿ ਉਹ ਬਹੁਤ ਜ਼ਿਆਦਾ ਟਾਈਮ ਆਪਣੇ ਰਿਸਰਚ ਵਰਕ ਵਿੱਚ ਬਿਜ਼ੀ ਰਹਿੰਦਾ ਸੀਗਾ, ਘਰ ਸ਼ਾਇਦ ਟਾਈਮ ਨਹੀਂ ਦੇ ਸਕਦਾ ਸੀ। ਪਰ ਇਹੋ ਜਿਹੇ ਇਨਸਾਨ ਸਾਰੀ ਸੁਸਾਇਟੀ ਵਾਸਤੇ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ, ਨਾ ਕਿ ਇੰਡੀਵਿਜੂਅਲ ਆਪਣੇ ਵਾਸਤੇ। ਸਾਨੂੰ ਇਹੀ ਲੈਸਨ ਲੈਣਾ ਚਾਹੀਦਾ ਕਿ ਸਾਨੂੰ ਕੁਛ ਨਾ ਕੁਛ ਡੈਫੀਨੇਟਲੀ ਕੰਟਰੀਬਿਊਟ ਕਰਨਾ ਚਾਹੀਦਾ ਫॉर सोसाइटी। दैट्स इट इज़। सारे सत श्री अकाल।